ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਧੰਨ ਕਹਾਂ ਪੁਕਾਰਤੇ ਮਾਇਆ ਮੋਹ ਸਭ ਕੂਰ। ਨਾਮ ਬਿਹੁਣੇ ਨਾਨਕਾ ਹੋਤ ਜਾਤ ਸਭ ਧੂਰ। ਗੁਰੂ ਸਵਾਰੀ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ। ਵਾਹਿਗੁਰੂ ਜੀ ਸਭ ਨੂੰ ਖੁਸ਼ ਰੱਖੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 15 ਭਗਤਾਂ ਦੀ ਬਾਣੀ ਦਰਜ ਹੈ। ਉਹਨਾਂ ਵਿੱਚੋਂ ਤੀਸਰੇ ਭਗਤ ਰਵਿਦਾਸ ਜੀ ਹੋਏ ਸਨ। ਭਗਤ ਰਵਿਦਾਸ ਜੀ ਦਾ ਜਨਮ 16 ਫੱਗਣ 27 ਫਰਵਰੀ 1377 ਈਸਵੀ ਨੂੰ ਬਨਾਰਸ ਵਿਖੇ ਹੋਇਆ। ਪਿਤਾ ਬਾਬਾ ਸੰਤੋਖ ਦਾਸ ਜੀ, ਮਾਤਾ ਕਲਸਾ ਦੇਵੀ ਜੀ। ਭਗਤ ਰਵਿਦਾਸ ਜੀ ਦੀ ਬਹੁਤ ਵੱਡੀ ਉਪਮਾ ਕੀਤੀ ਗਈ ਸੀ ਕਿ ਉਹਨਾਂ ਨੇ ਆਪਣੇ ਜੀਵਨ ਵਿੱਚ ਮਾਇਆ ਦੀ ਪਕੜ ਐਸੀ ਗਵਾ ਲਈ ਸੀ ਕਿ ਵਾਹਿਗੁਰੂ ਜੀ ਦੇ ਵਿੱਚ ਅਭੇਦ ਹੋ ਗਏ ਸਨ। ਮਾਇਆ ਕੀ ਹੈ? ਮਾਇਆ ਉਹ ਜੋ ਦਿਖਾਈ ਦੇਵੇ ਪਰ ਪਕੜ ਵਿੱਚ ਨਾ ਆਵੇ। ਜਿਵੇਂ ਬਚਪਨ ਦਿਖਾਈ ਦਿੰਦਾ ਹੈ ਪਰ ਪਕੜ ਵਿੱਚ ਨਹੀਂ ਆਉਂਦਾ, ਜਵਾਨੀ ਵਿੱਚ ਬਦਲ ਜਾਂਦਾ ਹੈ। ਜਵਾਨੀ ਦਿਖਾਈ ਦਿੰਦੀ ਹੈ ਪਰ ਪਕੜ ਵਿੱਚ ਨਹੀਂ ਆਉਂਦੀ, ਵਡੇਪੇ ਵਿੱਚ ਬਦਲ ਜਾਂਦੀ ਹੈ। ਵਡੇਪਾ ਦਿਖਾਈ ਦਿੰਦਾ ਹੈ ਪਰ ਪਕੜ ਵਿੱਚ ਨਹੀਂ ਆਉਂਦਾ, ਮੌਤ ਵਿੱਚ ਬਦਲ ਜਾਂਦਾ ਹੈ। ਮਾਇਆ ਜੋ ਦਿਖਾਈ ਦੇਵੇ ਪਰ ਪਕੜ ਵਿੱਚ ਨਾ ਆਵੇ। ਮਾਇਆ ਉਹ ਜੋ ਵੀ ਦੁਨਿਆਵੀ ਚੀਜ਼ ਵਾਹਿਗੁਰੂ ਦੇ ਨਾਮ ਸਿਮਰਨ ਵਿੱਚ ਰੁਕਾਵਟ ਪਾ ਦੇਵੇ ਜਾਂ ਦੀਵਾਰ ਖੜੀ ਕਰ ਦੇਵੇ, ਉਹੀ ਮਾਇਆ ਹੈ। ਜੋ ਵੀ ਦੁਨਿਆਵੀ ਰਿਸ਼ਤਾ ਜੋ ਪ੍ਰਮਾਤਮਾ ਦੇ ਨਾਮ ਦੇ ਨਾਲੋਂ ਤੋੜ ਦੇਵੇ ਜਾਂ ਪ੍ਰਮਾਤਮਾ ਦੇ ਨਾਮ ਸਿਮਰਨ ਵਿੱਚ ਰੁਕਾਵਟ ਪਾ ਦੇਵੇ ਜਾਂ ਨਾਮ ਸਿਮਰਨ ਦੇ ਵਿਚਕਾਰ ਦੀਵਾਰ ਖੜੀ ਕਰ ਦੇਵੇ, ਉਹੀ ਮਾਇਆ ਹੈ। ਭਗਤ ਰਵਿਦਾਸ ਜੀ ਮੋਚੀ ਦੀ ਕਿਰਤ ਕਰਦੇ ਸਨ। ਇੱਕ ਨੀਵੀਂ ਜਾਤੀ ਵਾਲੇ ਚਮਗਿਆਰ ਜਾਤੀ ਦੇ ਸਨ। ਬਹੁਤ ਸਾਰੇ ਲੋਕ ਉਸ ਦੀ ਨਿੰਦਿਆ ਕਰਦੇ ਸੀ। ਬਹੁਤ ਸਾਰੇ ਬ੍ਰਾਹਮਣ ਰਲ ਕੇ ਉਸ ਸਮੇਂ ਦੇ ਰਾਜੇ ਕੋਲ ਸ਼ਿਕਾਇਤ ਵੀ ਕੀਤੀ ਕਿ ਇਸ ਨੂੰ ਪਰਮਾਤਮਾ ਦੀ ਭਗਤੀ ਕਰਨ ਦਾ ਕੋਈ ਹੱਕ ਨਹੀਂ, ਇਹ ਨੀਵੀਂ ਜਾਤੀ ਵਾਲਾ ਹੈ, ਇਸ ਨੂੰ ਮੰਦਰ ਵਿੱਚ ਨਹੀਂ ਵੜਨ ਦਿੱਤਾ ਜਾਵੇ। ਫਿਰ ਇੱਕ ਸਮੇਂ ਉਸ ਦੀ ਸੇਵਾ ਦੇਖ ਕੇ ਇੱਕ ਸਾਧੂ ਨੇ ਉਸ ਨੂੰ ਪਾਰਸ ਦਿੱਤਾ ਸੀ ਕਿ ਆਪਣਾ ਇਹ ਦਲਿੱਦਰ ਮਿਟਾ ਲਵੀਂ ਇਸ ਪਾਰਸ ਦੇ ਨਾਲ। ਪਾਰਸ ਉਹ ਹੁੰਦਾ ਹੈ ਜੋ ਲੋਹੇ ਨੂੰ ਟੱਚ ਕਰ ਜਾਵੇ ਲੋਹਾ ਸੋਨਾ ਬਣ ਜਾਂਦਾ ਹੈ। ਪਰ ਉਹੀ ਸਾਧੂ ਜਦ ਕੁਝ ਚਿਰਾਂ ਬਾਅਦ ਫਿਰ ਮਿਲਿਆ ਤਾਂ ਹੈਰਾਨ ਹੋ ਕੇ ਰਵਿਦਾਸ ਜੀ ਨੂੰ ਪੁੱਛਦਾ ਹੈ ਕਿ ਪਾਰਸ ਕਿੱਥੇ ਹੈ ਜੋ ਮੈਂ ਤੈਨੂੰ ਦੇ ਕੇ ਗਿਆ ਹਾਂ। ਰਵਿਦਾਸ ਜੀ ਇਸ਼ਾਰਾ ਕਰਦੇ ਹੋਏ ਕਹਿੰਦੇ ਹਨ ਕਿ ਜਿੱਥੇ ਤੁਸੀਂ ਰੱਖ ਕੇ ਗਏ ਸੀ ਉੱਥੇ ਹੀ ਪਿਆ ਹੈ। ਇਹ ਕੌਤਕ ਦੇਖ ਕੇ, ਇਸ ਉੱਚੀ ਆਤਮਕ ਅਵਸਥਾ ਨੂੰ ਦੇਖ ਕੇ ਬਨਾਰਸ ਦੇ ਸਾਰੇ ਲੋਕੀ ਭਗਤ ਰਵਿਦਾਸ ਜੀ ਵੱਲ ਖਿੱਚੇ ਆਏ ਸਨ। ਪਰ ਉੱਚੀਆਂ ਜਾਤੀਆਂ ਵਾਲਿਆਂ ਨੇ ਉਹਨਾਂ ਦੀ ਨਿੰਦਿਆ ਕੀਤੀ ਸੀ, ਉਹਨਾਂ ਦਾ ਘਰ ਤੱਕ ਸਾੜਨ ਦੀ ਕੋਸ਼ਿਸ਼ ਕੀਤੀ ਸੀ। ਇਸ ਲਈ ਵਾਹਿਗੁਰੂ ਜੀ ਦਾ ਨਾਮ ਸਿਮਰਨ ਕਰਨਾ ਨਹੀਂ ਛੱਡਿਆ। ਭਗਤ ਰਵਿਦਾਸ ਜੀ ਹਮੇਸ਼ਾ ਨਿਡਰ ਰਹੇ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਨੀਵੀਂ ਜਾਤੀ ਬਾਰੇ ਆਪਣੀ ਬਾਣੀ ਵਿੱਚ ਫਰਮਾ ਰਹੇ ਹਨ
ਜਾਣੋ ਜੋਤ ਨਾ ਪੁੱਛੋ ਜਾਤੀ, ਆਗੈ ਜਾਤ ਨਾਹੀ। ਸਾਰਿਆਂ ਵਿੱਚ ਇੱਕ ਹੀ ਪ੍ਰਮਾਤਮਾ ਦੀ ਜੋਤ ਜਾਣੋ ਅਤੇ ਕਿਸੇ ਦੀ ਜਾਤ ਨਾ ਪੁੱਛੋ, ਕਿਉਂਕਿ ਪ੍ਰਮਾਤਮਾ ਦੇ ਘਰ ਵਿੱਚ ਜਾਤ ਨਾਲ ਪਹਿਚਾਨ ਨਹੀਂ ਹੁੰਦੀ। ਉਸ ਦੀ ਭਗਤੀ, ਉਸ ਦੇ ਨਿਰਮਲ ਕਰਮ, ਉਸ ਦੇ ਚੰਗੇ ਕਰਮਾਂ ਦੇ ਨਾਲ ਹੀ ਪ੍ਰਮਾਤਮਾ ਦੇ ਘਰ ਵਿੱਚ ਮਨੁੱਖ ਦੀ ਪਹਿਚਾਨ ਹੁੰਦੀ ਹੈ। ਨੀਵੀਂ ਜਾਤ ਕਿਸ ਨੂੰ ਕਿਹਾ ਗਿਆ ਹੈ? ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸ ਨੂੰ ਕਿਹਾ ਨੀਵੀਂ ਜਾਤ? ਖਸਮ ਵਸਾਰਹਿ ਤੇ ਕਮਜਾਤ, ਨਾਨਕ ਨਾਵੈ ਬਾਝ ਸਨਾਤ। ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾ ਰਹੇ ਹਨ ਕਿ ਹੇ ਨਾਨਕ ਜੀ, ਉਹ ਬੰਦੇ ਨੀਵੀਂ ਜੀਵਨ ਵਾਲੇ ਹਨ, ਉਹ ਬੰਦੇ ਨੀਵੀਂ ਜਾਤ ਵਾਲੇ ਹਨ ਜੋ ਆਪਣੇ ਵਾਹਿਗੁਰੂ ਜੀ ਨੂੰ, ਆਪਣੇ ਖਸਮ ਨੂੰ ਭੁਲਾ ਦਿੰਦੇ ਹਨ। ਜੋ ਨਾਮ ਤੋਂ ਖੁੰਝੇ ਹੋਏ ਜੀਵ ਹਨ, ਉਹੀ ਹੀ ਜੀਵ ਨੀਚ ਅਖਵਾਉਂਦੇ ਹਨ। ਇਸੇ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਿਨਾਂ ਕਿਸੇ ਭੇਦ ਭਾਵ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਭ ਜਾਤੀਆਂ ਦੇ ਭਗਤਾਂ ਦੀ ਬਾਣੀ ਦਰਜ ਕੀਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਭ ਨੂੰ ਕਰਮ ਕਾਂਡਾਂ ਅਤੇ ਵਹਿਮਾਂ ਭਰਮਾਂ ਅਤੇ ਮਨ ਮਤਾਂ, ਨੀਵੀਂ ਜਾਤੀ ਦੇ ਭੇਦ ਭਾਵ ਤੋਂ ਮਿਟਾਉਂਦੀ ਹੈ, ਛੁਟਕਾਰਾ ਦਿਵਾਉਂਦੀ ਹੈ। ਬਾਣੀ ਦਾ ਤਾਈਂ ਤਾਂ ਦਰਜਾ ਬਹੁਤ ਉੱਚਾ ਹੈ, ਤਾਹੀਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਕਾਲ ਪੁਰਖ ਦਾ ਦਰਜਾ ਦਿੱਤਾ ਗਿਆ ਹੈ, ਤਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭੇਦ ਭਾਵ ਨੂੰ ਮਿਟਾ ਦਿੰਦਾ ਹੈ। ਊਚ ਨੀਚ ਜਾਤੀ ਦੇ ਫਰਕ ਨੂੰ ਮਿਟਾ ਦਿੰਦਾ ਹੈ, ਕਰਮ ਕਾਂਡਾਂ ਤੋਂ, ਵਹਿਮਾਂ ਭਰਮਾਂ ਤੋਂ ਦੂਰ ਕਰਦਾ ਹੈ ਅਤੇ ਇੱਕ ਪ੍ਰਮਾਤਮਾ ਦੇ ਨਾਲ ਮਨੁੱਖ ਨੂੰ ਜੋੜਦਾ ਹੈ। ਭਗਤ ਰਵਿਦਾਸ ਜੀ ਆਪਣੀ ਨਿਰਮਲ ਕਿਰਤ ਕਰਕੇ ਸੰਸਾਰ ਵਿੱਚ ਪ੍ਰਸਿੱਧ ਹੋਏ। ਜਿਵੇਂ ਗੋਦੜੀ ਵਿੱਚ ਲਾਲ ਚਮਕਦਾ ਹੈ, ਇਵੇਂ ਹੀ ਸੰਸਾਰ ਵਿੱਚ ਚਮਕੇ ਸੀ। ਭਗਤ ਕਿਵੇਂ ਬਣਦਾ ਹੈ? ਸ੍ਰੀ ਗੁਰੂ ਅਰਜਨ ਦੇਵ ਜੀ ਆਪਣੀ ਬਾਣੀ ਦੇ ਵਿੱਚ ਫਰਮਾ ਰਹੇ ਹਨ, ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ। ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾ ਰਹੇ ਹਨ ਕਿ ਜਿਸ ਦੇ ਹਿਰਦੇ ਵਿੱਚ ਪਰਮਾਤਮਾ ਦੀ ਮਿਹਰ ਦੇ ਨਾਲ ਗਰੀਬੀ ਸੁਭਾਅ ਪੈਦਾ ਹੋ ਜਾਂਦਾ ਹੈ ਜਾਂ ਦੁੱਖ ਦਾ ਗਿਆਨ ਪੈਦਾ ਹੋ ਜਾਂਦਾ ਹੈ, ਉਸੇ ਨੂੰ ਹੀ ਸੁੱਖ ਦਾ ਗਿਆਨ ਹੋ ਜਾਂਦਾ ਹੈ, ਉਹੀ ਹੀ ਪਰਮਾਤਮਾ ਦੇ ਮਾਰਗ ਤੇ ਚੱਲ ਪੈਂਦਾ ਹੈ। ਨਾਨਕ ਇਹਾਂ ਮੁਕਤ ਆਗੈ ਸੁਖ ਪਾਵੈ। ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾ ਰਹੇ ਹਨ, ਹੇ ਨਾਨਕ ਜੀ, ਜੋ ਮਨੁੱਖ ਆਪਣੇ ਅੰਦਰ ਗਰੀਬੀ ਸੁਭਾਅ ਪੈਦਾ ਕਰ ਲੈਂਦਾ ਹੈ, ਉਹੀ ਹੀ ਮਨੁੱਖ ਸੁੱਖ ਪ੍ਰਾਪਤ ਕਰਦਾ ਹੈ, ਵਾਹਿਗੁਰੂ ਜੀ ਦੇ ਨਾਮ ਨਾਲ ਜੁੜ ਜਾਂਦਾ ਹੈ। ਕਿਉਂਕਿ ਮਨੁੱਖ ਨੂੰ ਦੁੱਖ ਦਾ ਗਿਆਨ ਹੀ ਪ੍ਰਮਾਤਮਾ ਦੇ ਮਾਰਗ ਤੇ ਚਲਾਉਂਦਾ ਹੈ। ਦੁੱਖ ਦਾ ਗਿਆਨ ਹੀ ਮਨੁੱਖ ਨੂੰ ਸੁੱਖ ਦਾ ਗਿਆਨ ਦਿੰਦਾ ਹੈ। ਦੁੱਖ ਦਾ ਗਿਆਨ ਹੀ ਮਨੁੱਖ ਨੂੰ ਜੀਵਨ ਜੀਣਾ ਸਿਖਾਉਂਦਾ ਹੈ। ਭਗਤ ਰਵਿਦਾਸ ਜੀ ਵੀ ਆਪਣੀ ਬਾਣੀ ਦੇ ਵਿੱਚ ਫਰਮਾ ਰਹੇ ਹਨ, ਬੇਗਮਪੁਰਾ ਸ਼ਹਿਰ ਕੋ ਨਾਓ। ਭਗਤ ਰਵਿਦਾਸ ਜੀ ਕਹਿ ਰਹੇ ਹਨ ਕਿ ਬੇਗਮਪੁਰਾ ਉਹ ਸ਼ਹਿਰ ਹੁੰਦਾ ਹੈ ਜਿੱਥੇ ਕੋਈ ਦੁੱਖ ਨਾ ਹੋਵੇ, ਕਿਸੇ ਧਰਮ ਦਾ ਭੇਦ ਭਾਵ, ਜਾਤ ਨੀਚ ਊਚ ਦਾ ਕੋਈ ਫਰਕ ਨਾ ਹੋਵੇ, ਕਿਸੇ ਤਰ੍ਹਾਂ ਦਾ ਕੋਈ ਗਮ ਨਾ ਹੋਵੇ, ਚਿੰਤਾ ਨਾ ਹੋਵੇ। ਬੇਗਮ ਭਾਵ ਕਿ ਕਿਸੇ ਤਰ੍ਹਾਂ ਦਾ ਕੋਈ ਗਮ ਨਾ ਹੋਵੇ, ਉਹ ਸ਼ਹਿਰ। ਦੁੱਖ ਅੰਧੋ ਨਹੀਂ ਤੇ ਠਾਓ, ਜਿੱਥੇ ਕੋਈ ਦੁੱਖ ਨਾ ਹੋਵੇ, ਕਿਸੇ ਤਰ੍ਹਾਂ ਦਾ ਵੀ ਕੋਈ ਚਿੰਤਾ ਜਾਂ ਵਹਿਮ ਭਰਮ ਨਾ ਹੋਵੇ, ਉਹ ਥਾਂ ਹੀ ਬੇਗਮਪੁਰਾ ਹੈ। ਇਹ ਭਗਤ ਰਵਿਦਾਸ ਜੀ ਆਪਣੀ ਬਾਣੀ ਦੇ ਵਿੱਚ ਫਰਮਾ ਰਹੇ ਹਨ।
ਇਹ ਉਹ ਸ਼ਹਿਰ ਨਹੀਂ ਬੇਗਮਪੁਰਾ ਹੁੰਦਾ ਜਿਵੇਂ ਕਿ ਸਾਰਾ ਹਿੰਦੁਸਤਾਨ। ਕਿਹੜਾ ਸ਼ਹਿਰ ਆ, ਕਿਹੜਾ ਹੀ ਦੇਸ਼ ਆ ਜਾਂ ਕਿਹੜਾ ਜ਼ਿਲ੍ਹਾ ਹੈ ਜਿਸ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਨਸ਼ਾ ਨਹੀਂ ਹੋ ਰਿਹਾ, ਜਾਂ ਕੋਈ ਜ਼ੁਲਮ ਨਹੀਂ ਹੋ ਰਿਹਾ, ਜਾਂ ਕੋਈ ਅਪਰਾਧ ਨਹੀਂ ਹੋ ਰਿਹਾ। ਐਸੇ ਅਪਰਾਧੀ ਜੋ ਦੇਸ਼ ਹੈ ਜਿਸ ਵਿੱਚ ਬਹੁਤ ਸਾਰੇ ਨਸ਼ੇ ਚੱਲ ਰਹੇ ਹੈ, ਜਾਂ ਫਿਰ ਅਪਰਾਧ ਹੋ ਰਹੇ ਹੈ, ਪਾਪ ਹੋ ਰਹੇ ਹੈ, ਛਲ ਫਰੇਬ ਹੋ ਰਹੇ ਹੈ, ਧੋਖੇ ਹੋ ਰਹੇ ਹੈ, ਉਹ ਸ਼ਹਿਰ ਕਦੀ ਬੇਗਮਪੁਰਾ ਨਹੀਂ ਹੋ ਸਕਦਾ। ਇਸ ਲਈ ਭਗਤ ਰਵਿਦਾਸ ਜੀ ਕਹਿੰਦੇ ਹਨ ਕਿ ਬੇਗਮਪੁਰਾ ਉਹ ਹੈ ਜਿੱਥੇ ਮਨੁੱਖ ਦੇ ਮਨ ਵਿੱਚ ਸੱਚ ਬੋਲਣਾ, ਇਮਾਨਦਾਰੀ, ਮਿਹਨਤ, ਆਪਣੀ ਕਿਰਤ ਕਰਨਾ, ਮਿੱਠਾ ਬੋਲਣਾ, ਨਿਮਰਤਾ ਅਤੇ ਦਇਆ, ਵਾਹਿਗੁਰੂ ਜੀ ਦਾ ਨਾਮ ਜਪਣਾ, ਐਸੇ ਗੁਣ ਆ ਜਾਂਦੇ ਹਨ। ਉਹੀ ਹੀ ਥਾਂ ਬੇਗਮਪੁਰਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।